Good morning to all of you. Myself Kuljeet Kaur from Ludhiana Polytechnic College Katani Kala. हाँ जी स्टूडेंट्स, ਅੱਜ ਆਪਾਂ ਸਟਾਰਟ ਕਰਦੇ ਹਾਂ ਨਿਊ ਟੌਪਿਕ ਕਲਾਸੀਫਿਕੇਸ਼ਨ ਆਫ ਕੰਪਿਊਟਰ। ਜਾਣੀ ਕਿ ਕੰਪਿਊਟਰ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ। ਅਕੋਰਡਿੰਗ ਟੂ ਕਲਾਸੀਫਿਕੇਸ਼ਨ ਕੰਪਿਊਟਰ ਨੂੰ ਆਪਾਂ 4 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। ਠੀਕ ਹੈ ਜੀ, ਉਹ ਕਿਹੜੇ ਕਿਹੜੇ ਆ ਜਾਂਦੇ ਨੇ? ਔਨ ਦੀ ਬੇਸਿਸ ਆਫ ਜਨਰੇਸ਼ਨ, ਔਨ ਦੀ ਬੇਸਿਸ ਆਫ ਟੈਕਨੋਲੋਜੀ, ਔਨ ਦੀ ਬੇਸਿਸ ਆਫ ਸਾਈਜ਼ ਐਂਡ ਕਪੈਸਿਟੀ, ਔਨ ਦੀ ਬੇਸਿਸ ਆਫ ਪਰਪਜ਼। ਠੀਕ ਹੈ ਜੀ, ਔਨ ਦੀ ਬੇਸਿਸ ਆਫ ਜਨਰੇਸ਼ਨ ਪਹਿਲਾਂ ਕੰਪਿਊਟਰ ਨੂੰ 5 ਪਾਰਟਸ ਵਿੱਚ ਡਿਵਾਈਡ ਕੀਤਾ ਗਿਆ। ਉਹ ਕਿਹੜੇ ਕਿਹੜੇ ਆ ਜਾਂਦੇ ਨੇ? ਫਸਟ ਜਨਰੇਸ਼ਨ, ਸੈਕਿੰਡ, ਥਰਡ, ਫੋਰਥ ਐਂਡ ਫਿਫਥ। ਔਨ ਦੀ ਬੇਸਿਸ ਆਫ ਟੈਕਨੋਲੋਜੀ ਕੰਪਿਊਟਰ ਨੂੰ 3 ਪਾਰਟਸ ਵਿੱਚ ਡਿਵਾਈਡ ਕੀਤਾ ਗਿਆ, ਐਨਾਲੌਗ, ਡਿਜੀਟਲ ਐਂਡ ਹਾਈਬ੍ਰਿਡ। ਔਨ ਦੀ ਬੇਸਿਸ ਆਫ ਸਾਈਜ਼ ਐਂਡ ਕਪੈਸਿਟੀ ਕੰਪਿਊਟਰ ਨੂੰ ਅੱਗੇ 4 ਪਾਰਟਸ ਵਿੱਚ ਡਿਵਾਈਡ ਕੀਤਾ ਗਿਆ, ਮਾਈਕਰੋ, ਮਿਨੀ, ਮੇਨ ਫਰੇਮ, ਸੁਪਰ। ਔਨ ਦੀ ਬੇਸਿਸ ਆਫ ਪਰਪਜ਼ ਕੰਪਿਊਟਰ ਨੂੰ ਅੱਗੇ ਡਿਵਾਈਡ ਕੀਤਾ ਗਿਆ, ਸਪੈਸ਼ਲ ਅਤੇ ਜਰਨਲ ਪਰਪਜ਼। ਇਹ ਆ ਜਾਂਦੀਆਂ ਨੇ ਕਲਾਸੀਫਿਕੇਸ਼ਨ ਆਫ ਕੰਪਿਊਟਰਸ। ਠੀਕ ਹੈ ਜੀ, ਹੁਣ ਇਹਨਾਂ ਨੂੰ ਆਪਾਂ ਫਰਦਰ ਡੀਪਲੀ ਪੜ੍ਹਦੇ ਹਾਂ ਇਕੱਲੇ ਇਕੱਲੇ ਨੂੰ। ਹਾਂਜੀ, ਅੱਗੇ ਆ ਜਾਂਦਾ ਔਨ ਦੀ ਬੇਸਿਸ ਆਫ ਜਨਰੇਸ਼ਨ। ਔਨ ਦੀ ਬੇਸਿਸ ਆਫ ਜਨਰੇਸ਼ਨ ਕੰਪਿਊਟਰ ਨੂੰ ਅੱਗੇ ਆਪਾਂ 5 ਪਾਰਟਸ ਵਿੱਚ ਡਿਵਾਈਡ ਕਰਦੇ ਹਾਂ, ਫਸਟ ਜਨਰੇਸ਼ਨ, ਸੈਕਿੰਡ, ਥਰਡ, ਫੋਰਥ ਐਂਡ ਫਿਫਥ। ਠੀਕ ਹੈ ਜੀ, ਫਸਟ ਦਾ ਮਤਲਬ ਹੈਗਾ ਵੀ 1942 ਤੋਂ ਲੈ ਕੇ 1955 ਦੇ ਵਿੱਚ ਜਿਹੜੇ ਵੀ ਕੰਪਿਊਟਰਸ ਇਨਵੈਂਟ ਹੋਏ ਸੀ ਜਾਂ ਡਿਵੈਲਪ ਹੋਏ ਸੀਗੇ, ਉਹ ਕਿਹੜੀ ਜਨਰੇਸ਼ਨ ਦੇ ਵਿੱਚ ਆ ਜਾਂਦੇ ਨੇ? ਫਸਟ ਜਨਰੇਸ਼ਨ ਦੇ ਵਿੱਚ। ਠੀਕ ਹੈ ਜੀ, ਸੇਮ ਸੈਕਿੰਡ, ਥਰਡ, ਫੋਰਥ ਐਂਡ ਫਿਫਥ ਦਾ ਟਾਈਮ ਪੀਰੀਅਡ ਨਾਲ ਦੀ ਨਾਲ ਮੈਂਸ਼ਨ ਕੀਤਾ ਹੋਇਆ। ਠੀਕ ਹੈ ਜੀ, ਫਿਫਥ ਜਨਰੇਸ਼ਨ ਦੇ ਵਿੱਚ ਆ ਜਾਂਦੇ ਨੇ ਜਿਹੜੇ ਉਹ ਵਾਲੇ ਕੰਪਿਊਟਰ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਓਕੇ, ਹੁਣ ਇਹਨਾਂ ਨੂੰ ਆਪਾਂ ਐਕਸਪਲੇਨ ਕਰਦੇ ਹਾਂ। ਪਹਿਲਾਂ ਫਸਟ ਜਨਰੇਸ਼ਨ 1942 ਤੋਂ ਲੈ ਕੇ 1955 ਦੇ ਵਿੱਚ ਜਿਹੜੇ ਕੰਪਿਊਟਰ ਬਣੇ ਨੇ ਉਹ ਹੈਗੇ ਨੇ ਫਸਟ ਜਨਰੇਸ਼ਨ ਕੰਪਿਊਟਰ ਦੇ ਵਿੱਚ ਆਉਂਦੇ। ਠੀਕ ਆ, ਪਹਿਲਾਂ ਤਾਂ ਇਹ ਹੁੰਦਾ ਕਿ ਜਿਹੜੇ ਫਸਟ ਜਨਰੇਸ਼ਨ ਦੇ ਕੰਪਿਊਟਰ ਸੀਗੇ ਇਹਨਾਂ ਵਿੱਚ ਮਤਲਬ ਕਿ ਵੈਕਿਊਮ ਟਿਊਬਸ ਯੂਜ਼ ਕੀਤੀਆਂ ਜਾਂਦੀਆਂ ਸੀਗੀਆਂ। ਠੀਕ ਹੈ ਜੀ, ਜਿਨ੍ਹਾਂ ਨੂੰ ਤੁਸੀਂ ਨੈੱਟ ਤੋਂ ਵੈਕਿਊਮ ਟਿਊਬ ਸਰਚ ਕਰਕੇ ਦੇਖ ਸਕਦੇ ਹੋ ਵੀ ਕਿੱਦਾਂ ਦੀਆਂ ਹੁੰਦੀਆਂ ਸੀਗੀਆਂ। ਓਕੇ, ਅਤੇ ਉਸ ਤੋਂ ਬਾਅਦ ਇਹ ਕੰਪਿਊਟਰ ਸੀਗੇ ਜਿਹੜੇ ਆਪਣੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਫਾਸਟੈਸਟ ਮਤਲਬ ਕਿ ਕੈਲਕੂਲੇਸ਼ਨ ਕਰਦੇ ਸੀਗੇ। ਓਕੇ, ਇਹਨਾਂ ਦੀਆਂ ਐਗਜ਼ਾਮਪਲਾਂ ਆ ਜਾਂਦੀਆਂ ਵੀ ਕਿਹੜੇ ਕਿਹੜੇ ਉਸ ਟਾਈਮ 'ਤੇ ਕੰਪਿਊਟਰ ਆਏ ਸੀਗੇ। ENIAC ਜਾਣੀ ਕਿ ਇਹਦੀ ਫੁੱਲ ਫੋਰਮ ਹੈਗੀ ਆ ਇਲੈਕਟ੍ਰੋਨਿਕ ਨੂਮੈਰੀਕਲ ਇੰਟੀਗ੍ਰੇਟਰ ਐਂਡ ਕੰਪਿਊਟਰ। ਫਿਰ ਆਉਂਦਾ EDVAC ਇਲੈਕਟ੍ਰੋਨਿਕ ਡਿਸਕ੍ਰੀਟ ਵੇਰੀਏਬਲ ਆਟੋਮੈਟਿਕ ਕੰਪਿਊਟਰ। EDSAC ਇਹਦਾ ਮਤਲਬ ਹੈਗਾ ਇਲੈਕਟ੍ਰੋਨਿਕ ਡਿਲੇ ਸਟੋਰੇਜ ਆਟੋਮੈਟਿਕ ਕੈਲਕੂਲੇਟਰ। ਠੀਕ ਹੈ ਜੀ, ਇਹ ਆ ਜਾਂਦਾ ਫਸਟ ਜਨਰੇਸ਼ਨ ਕੰਪਿਊਟਰ ਦੇ ਵਿੱਚ ਸਾਰੇ। ਹੁਣ ਉਸ ਤੋਂ ਬਾਅਦ ਇਹਨਾਂ ਦੇ ਕੁਛ ਲਿਮੀਟੇਸ਼ਨਸ ਸੀਗੀਆਂ ਜਾਣੀ ਕਿ ਜਿਨ੍ਹਾਂ ਨੂੰ ਆਪਾਂ ਡਰੋਬੈਕਸ ਬੋਲਦੇ ਹਾਂ। ਉਹਦੇ ਵਿੱਚ ਕੀ ਆ ਜਾਂਦੇ ਡਰੋਬੈਕਸ ਇਹਨਾਂ ਦੀਆਂ? ਇਹ ਸਾਈਜ਼ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਹੁੰਦੇ ਸੀਗੇ, ਜਾਣੀ ਕਿ ਫਸਟ ਜਨਰੇਸ਼ਨ ਦੇ ਜਿਹੜੇ ਕੰਪਿਊਟਰ ਸੀਗੇ ਉਹ ਇੱਕ ਰੂਮ ਦੇ ਜਿੱਡੇ ਵੀ ਹੁੰਦੇ ਸੀਗੇ। ਠੀਕ ਹੈ ਜੀ, ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਸਪੀਡ ਸੀਗੀ ਕੈਲਕੂਲੇਸ਼ਨ ਦੀ ਉਹ ਬਹੁਤ ਜ਼ਿਆਦਾ ਸਲੋ ਸੀਗੀ। ਠੀਕ ਹੈ, ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਹਾਈ ਇਲੈਕਟ੍ਰੀਸਿਟੀ ਕੰਜ਼ੰਪਸ਼ਨ ਕਰਦੇ ਸੀਗੇ, ਜਾਣੀ ਕਿ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਬਿਜਲੀ ਦੀ ਲੋੜ ਪੈਂਦੀ ਸੀਗੀ ਅਤੇ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਕਰਦੇ ਸੀਗੇ, ਜਾਣੀ ਕਿ ਬਹੁਤ ਜ਼ਿਆਦਾ ਜਲਦੀ ਗਰਮ ਹੁੰਦੇ ਸੀਗੇ ਇਹ। ਫਿਰ ਇਹਨਾਂ ਨੂੰ ਮਤਲਬ ਕਿ ਹੀਟ ਜਿਵੇਂ ਪ੍ਰੋਡਿਊਸ ਕਰਦੇ ਸੀਗੇ, ਫਿਰ ਉਹਨਾਂ ਨੂੰ ਬੈਲੈਂਸ ਕਰਨ ਦੇ ਲਈ ਏਅਰ ਕੰਡੀਸ਼ਨਿੰਗ ਦੀ ਮਤਲਬ ਲੋੜ ਪੈਂਦੀ ਸੀਗੀ। ਉਸ ਤੋਂ ਬਾਅਦ ਇਹ ਨੋਨ ਪੋਰਟੇਬਲ ਹੁੰਦੇ ਸੀਗੇ। ਨੋਨ ਪੋਰਟੇਬਲ ਦਾ ਮਤਲਬ ਹੁੰਦਾ ਇਹ ਵੀ ਇਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲਿਜਾਣਾ ਮਤਲਬ ਸੌਖਾ ਨਹੀਂ ਹੁੰਦਾ ਸੀਗਾ। ਇਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਨਹੀਂ ਲਿਜਾਇਆ ਜਾ ਸਕਦਾ ਸੀ ਆਸਾਨੀ ਨਾਲ। ਉਸ ਤੋਂ ਬਾਅਦ ਇਹ ਹੁੰਦੇ ਸੀ ਅਨਰਿਲਾਈਬਲ, ਜਾਣੀ ਕਿ ਆਪਣੇ ਟਾਈਮ ਦੇ ਵਿੱਚ ਇਹ ਰਿਜ਼ਲਟ ਤਾਂ ਦਿੰਦੇ ਸੀਗੇ ਪਰ ਉਹ ਰਿਜ਼ਲਟ ਪੂਰੀ ਚੰਗੀ ਤਰ੍ਹਾਂ ਕਰੈਕਟ ਨਹੀਂ ਹੁੰਦਾ ਸੀਗਾ। ਆਪਾਂ ਨੂੰ ਮਤਲਬ ਕਿ ਇਹ ਨਹੀਂ ਕਹਿ ਸਕਦੇ ਹੈਗਾ ਵੀ ਉਹ ਸਹੀ ਰਿਜ਼ਲਟ ਦਿੰਦਾ ਸੀਗਾ। ਫਿਰ ਇਹਦੇ ਵਿੱਚ ਪ੍ਰੋਗਰਾਮਿੰਗ ਲੈਂਗੁਏਜਸ ਸੀਗੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਲਿਮਿਟਡ ਹੁੰਦੀਆਂ ਸੀਗੀਆਂ। ਸਿਰਫ ਮਸ਼ੀਨ ਲੈਂਗੁਏਜ ਅਤੇ ਅਸੈਂਬਲੀ ਲੈਂਗੁਏਜ ਸੀ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਸੀਗੀਆਂ। ਇਹ ਜਿਹੜੀਆਂ ਲੈਂਗੁਏਜਸ ਨੇ ਆਪਾਂ ਫਰਦਰ ਇੱਕ ਸਪੈਸ਼ਲ ਟੌਪਿਕ ਕਰਾਂਗੇ ਇਹਨਾਂ ਦਾ। ਠੀਕ ਹੈ ਜੀ, ਉਹਦੇ ਵਿੱਚ ਆਪਾਂ ਐਕਸਪਲੇਨ ਕਰਾਂਗੇ ਪੂਰਾ। ਉਸ ਤੋਂ ਬਾਅਦ ਆ ਜਾਂਦੇ ਨੇ ਸੈਕਿੰਡ ਜਨਰੇਸ਼ਨ ਕੰਪਿਊਟਰਸ। ਠੀਕ ਹੈ ਜੀ, ਇਹਦੇ ਵਿੱਚ ਆ ਜਾਂਦੇ ਨੇ 1955 ਤੋਂ ਲੈ ਕੇ 1964 ਦੇ ਵਿੱਚ ਜਿਹੜੇ ਵੀ ਕੰਪਿਊਟਰਸ ਬਣੇ ਸੀਗੇ ਉਹ ਆ ਜਾਂਦੇ ਨੇ ਸੈਕਿੰਡ ਜਨਰੇਸ਼ਨ ਕੰਪਿਊਟਰਸ ਦੇ ਵਿੱਚ। ਇਹਨਾਂ ਦੇ ਵਿੱਚ ਕੀ ਹੁੰਦਾ ਸੀਗਾ? ਅੱਗੇ ਟਰਾਂਜ਼ਿਸਟਰਸ ਯੂਜ਼ ਹੋਣ ਲੱਗ ਗਏ ਸੀਗੇ, ਪਹਿਲਾਂ ਵੈਕਿਊਮ ਟਿਊਬਸ ਯੂਜ਼ ਹੁੰਦੀਆਂ ਸੀਗੀਆਂ। ਹੁਣ ਉਸ ਤੋਂ ਬਾਅਦ ਇਹਨਾਂ ਵਿੱਚ ਨਵੀਂ ਟੈਕਨੋਲੋਜੀ ਆ ਗਈ ਸੀਗੀ ਟਰਾਂਜ਼ਿਸਟਰਸ। ਠੀਕ ਹੈ ਜੀ, ਉਸ ਤੋਂ ਬਾਅਦ ਇਹ ਜਿਹੜੇ ਕੰਪਿਊਟਰ ਸੀਗੇ ਇਹਨਾਂ ਵਿੱਚ ਹਾਈ ਲੈਵਲ ਲੈਂਗੁਏਜ ਯੂਜ਼ ਹੋਣ ਲੱਗ ਗਈ ਸੀਗੀ। ਪਹਿਲਾਂ ਹੁੰਦੀ ਸੀ ਅਸੈਂਬਲੀ ਲੈਂਗੁਏਜ ਅਤੇ ਮਸ਼ੀਨ ਲੈਂਗੁਏਜ। ਜਿਹੜੀ ਅਸੈਂਬਲੀ ਲੈਂਗੁਏਜ ਅਤੇ ਮਸ਼ੀਨ ਲੈਂਗੁਏਜ ਹੁੰਦੀ ਆ ਉਹ ਹਰੇਕ ਹਿਊਮਨ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ ਹੈ। ਠੀਕ ਹੈ ਜੀ, ਹਾਈ ਲੈਵਲ ਲੈਂਗੁਏਜ ਹੁੰਦੀ ਹੈ ਜਿਹੜੀ ਆਪਣੀ ਇੰਗਲਿਸ਼ ਲੈਂਗੁਏਜ ਹੁੰਦੀ ਆ। ਓਕੇ, ਅਤੇ ਜਿਹਨੂੰ ਹਰ ਇੱਕ ਇਨਸਾਨ ਚੰਗੀ ਤਰ੍ਹਾਂ ਸਮਝ ਸਕਦਾ ਹੈ। ਤਾਂ ਕਰਕੇ ਥੋੜ੍ਹੀ ਟੈਕਨੋਲੋਜੀ ਐਡਵਾਂਸ ਹੋਈ ਤਾਂ ਥੋੜ੍ਹਾ ਕੰਪਿਊਟਰ ਦੇ ਜਨਰੇਸ਼ਨ ਦੇ ਵਿੱਚ ਵੀ ਫਰਕ ਪਿਆ। ਓਕੇ, ਅਤੇ ਇਹਦੇ ਵਿੱਚ ਆ ਜਾਂਦੇ ਨੇ ਐਗਜ਼ਾਮਪਲਾਂ ਜਿਵੇਂ IBM 7000 ਸੀਰੀਜ਼, ਜਾਣੀ ਕਿ ਉਸ ਟਾਈਮ 'ਤੇ ਇਹ ਵਾਲੇ ਕੰਪਿਊਟਰ ਸੀਗੇ ਜਿਹੜੇ ਯੂਜ਼ ਕੀਤੇ ਜਾਂਦੇ ਸੀਗੇ, ਮਤਲਬ ਕਿ ਨਵੇਂ ਡਿਵੈਲਪ ਹੋਏ ਸੀਗੇ ਇਹ। ਇਹਨਾਂ ਦੇ ਫੀਚਰਸ ਕੀ ਸੀਗੇ?
ਇੱਕ ਤਾਂ ਇਹਨਾਂ ਦੀ ਜਿਹੜੀ ਜਿਵੇਂ ਕੈਲਕੂਲੇਸ਼ਨ ਸਪੀਡ ਸੀਗੀ ਉਹ ਪਹਿਲੀ ਜਨਰੇਸ਼ਨ ਨਾਲੋਂ ਜ਼ਿਆਦਾ ਮਤਲਬ ਕਿ ਵੱਧ ਗਈ ਸੀਗੀ। ਇਹਦੇ ਵਿੱਚ ਕੈਲਕੂਲੇਸ਼ਨਾਂ ਜਿਹੜੀਆਂ ਮਾਈਕਰੋ ਸੈਕਿੰਡਸ ਦੇ ਵਿੱਚ ਹੋਣ ਲੱਗ ਗਈਆਂ ਸੀਗੀਆਂ। ਓਕੇ, ਅਤੇ ਇਹਦੇ ਵਿੱਚ ਹੀਟ ਇਹ ਬਹੁਤ ਘੱਟ ਪ੍ਰੋਡਿਊਸ ਕਰਦੇ ਸੀਗੇ। ਫਾਸਟਰ ਦੈਨ ਫਸਟ ਜਨਰੇਸ਼ਨ, ਪਹਿਲੀ ਜਨਰੇਸ਼ਨ ਨਾਲੋਂ ਜ਼ਿਆਦਾ ਫਾਸਟੈਸਟ ਜਿਹੜਾ ਇਹ ਰਿਜ਼ਲਟ ਪ੍ਰੋਡਿਊਸ ਕਰਦੇ ਸੀਗੇ। ਅਤੇ ਵਾਈਡਰ ਕਮਰਸ਼ੀਅਲ ਯੂਜ਼, ਅਤੇ ਮਤਲਬ ਕਿ ਇਹ ਕਮਰਸ਼ੀਅਲ ਜਿਹੜੇ ਕੰਮਾਂ ਦੇ ਲਈ ਯਾਨੀ ਕਿ ਇੰਡਸਟਰੀਜ਼ ਵਗੈਰਾ ਦੇ ਵਿੱਚ ਇਹ ਯੂਜ਼ ਹੋਣ ਲੱਗ ਗਏ ਸੀਗੇ। ਠੀਕ ਹੈ ਜੀ, ਇਹ ਆ ਜਾਂਦੀ ਹੈ ਸੈਕਿੰਡ ਜਨਰੇਸ਼ਨ ਕੰਪਿਊਟਰ। ਉਸ ਤੋਂ ਬਾਅਦ ਆ ਜਾਂਦੇ ਨੇ ਥਰਡ ਜਨਰੇਸ਼ਨ ਕੰਪਿਊਟਰ, ਯਾਨੀ ਕਿ 1964 ਤੋਂ ਲੈ ਕੇ 1975 ਦੇ ਵਿੱਚ ਜਿਹੜੇ ਕੰਪਿਊਟਰਸ ਇਨਵੈਂਟ ਹੋਏ ਸੀਗੇ ਉਹ ਆ ਜਾਂਦੇ ਨੇ ਥਰਡ ਜਨਰੇਸ਼ਨ ਦੇ ਵਿੱਚ। ਪਹਿਲਾਂ ਕਿਹੜੀ ਟੈਕਨੋਲੋਜੀ ਯੂਜ਼ ਹੋਈ ਸੀਗੀ? ਵੈਕਿਊਮ ਟਿਊਬਸ। ਸੈਕਿੰਡ ਦੇ ਵਿੱਚ ਆਈ ਸੀਗੀ ਟਰਾਂਜ਼ਿਸਟਰਸ, ਔਰ ਥਰਡ ਦੇ ਵਿੱਚ ਆਊਗੀ ਅੱਗੇ ਇੰਟੀਗ੍ਰੇਟਡ ਸਰਕਿਟਸ। ਠੀਕ ਹੈ ਜੀ, ਇਹਦੇ ਵਿੱਚ ਇਹ ਮਤਲਬ ਕਿ ਨਵੀਂ ਟੈਕਨੋਲੋਜੀ ਹੋਰ ਐਡਵਾਂਸ ਹੋ ਗਈ। ਇਹਦਾ ਜਿਹੜਾ ਸਾਈਜ਼ ਆ ਇਹ ਪਹਿਲੀਆਂ 2 ਜਨਰੇਸ਼ਨ ਦੇ ਨਾਲੋਂ ਇਹਨਾਂ ਕੰਪਿਊਟਰ ਦਾ ਸਾਈਜ਼ ਹੈ ਜਿਹੜਾ ਉਹ ਛੋਟਾ ਹੋ ਗਿਆ। ਠੀਕ ਹੈ ਜੀ, ਇਹਦੇ ਵਿੱਚ ਐਗਜ਼ਾਮਪਲਾਂ ਆ ਜਾਂਦੀਆਂ ਨੇ IBM 360 ਸੀਰੀਜ਼ ਅਤੇ ICL 1900 ਸੀਰੀਜ਼। ਓਕੇ, ਇਹ ਕੰਪਿਊਟਰ ਨੇ 2, ਇਹਨਾਂ ਨੇਮ ਨੇ ਇਹ ਅਤੇ ਜਿਹੜੇ ਉਸ ਟਾਈਮ 'ਤੇ ਬਣੇ ਸੀਗੇ। ਇਹਨਾਂ ਦੇ ਫੀਚਰਸ ਕੀ ਨੇ? ਇਨਕਰੀਜ਼ਡ ਸਪੀਡ, ਯਾਨੀ ਕਿ ਕੰਪਿਊਟਰ ਦੀ ਜਿਹੜੀ ਕੈਲਕੂਲੇਸ਼ਨ ਕਰਨ ਦੀ ਸਪੀਡ ਆ ਜਿਹੜੀ ਬਹੁਤ ਜ਼ਿਆਦਾ ਤੇਜ਼ ਹੋ ਗਈ ਸੀਗੀ। ਇਹਨਾਂ ਵਿੱਚ ਘੱਟ ਹੀਟ ਪ੍ਰੋਡਿਊਸ ਕਰਨ ਲੱਗ ਗਏ ਸੀਗੇ ਇਹ। ਫਿਰ ਕੰਪਿਊਟੇਸ਼ਨਲ ਟਾਈਮ, ਯਾਨੀ ਕਿ ਇਹਨਾਂ ਜਿਹੜਾ ਕੈਲਕੂਲੇਸ਼ਨ ਦਾ ਟਾਈਮ ਸੀਗਾ ਉਹ ਨੈਨੋ ਸੈਕਿੰਡਸ ਦੇ ਵਿੱਚ ਆ ਗਿਆ ਸੀਗਾ। ਪਹਿਲਾਂ ਕੀ ਸੀ? ਮਾਈਕਰੋ ਸੈਕਿੰਡਸ ਦੇ ਵਿੱਚ, ਫਿਰ ਉਸ ਤੋਂ ਬਾਅਦ ਆ ਗਿਆ ਨੈਨੋ ਸੈਕਿੰਡਸ ਦੇ ਵਿੱਚ। ਇਹ ਪੋਰਟੇਬਲ ਸੀਗੇ। ਠੀਕ ਹੈ ਜੀ, ਯਾਨੀ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇਹਨਾਂ ਨੂੰ ਆਸਾਨੀ ਨਾਲ ਲੈ ਕੇ ਜਾ ਸਕਦੇ ਸੀ ਆਪਾਂ। ਮੇਨਟੇਨੈਂਸ ਦੀ ਇਹਨਾਂ ਦੀ ਕੋਸਟ ਸੀ ਜਿਹੜੀ ਉਹ ਬਹੁਤ ਮਤਲਬ ਕਿ ਘੱਟ ਗਈ ਸੀਗੀ। ਪਹਿਲਾਂ ਉਹਨਾਂ ਵਿੱਚ ਜ਼ਿਆਦਾ ਕੋਸਟ ਲੱਗਦੀ ਸੀ ਉਹਨਾਂ ਨੂੰ ਮੇਨਟੇਨ ਕਰਨ ਦੇ ਵਿੱਚ। ਫਿਰ ਇਹਨਾਂ ਵਿੱਚ ਐਡਵਾਂਸ ਲੈਂਗੁਏਜਸ ਆ ਗਈਆਂ ਸੀਗੀਆਂ, ਹਾਈ ਲੈਵਲ ਲੈਂਗੁਏਜਸ। ਕਿਹੜੀਆਂ ਆ ਗਈਆਂ ਸੀਗੀਆਂ? ਪਾਸਕਲ, ਫੋਰਟ੍ਰੇਨ, ਕੋਬੋਲ। ਠੀਕ ਹੈ ਜੀ, ਅੱਗੇ ਆ ਜਾਂਦੇ ਨੇ ਫੋਰਥ ਜਨਰੇਸ਼ਨ ਕੰਪਿਊਟਰ, ਯਾਨੀ ਕਿ 1975 ਤੋਂ ਲੈ ਕੇ 1990 ਦੇ ਵਿੱਚ ਜਿਹੜੇ ਕੰਪਿਊਟਰ ਇਨਵੈਂਟ ਹੋਏ ਸੀਗੇ ਜਾਂ ਡਿਵੈਲਪ ਹੋਏ ਸੀਗੇ ਉਹ ਆ ਜਾਂਦੇ ਨੇ ਫੋਰਥ ਜਨਰੇਸ਼ਨ ਦੇ ਵਿੱਚ। ਠੀਕ ਹੈ ਜੀ, ਇਹਨਾਂ ਵਿੱਚ ਕਿਹੜੀ ਟੈਕਨੋਲੋਜੀ ਅੱਗੇ ਯੂਜ਼ ਹੋਣ ਲੱਗ ਗਈ ਸੀ? ਲਾਰਜ ਸਕੇਲ ਇੰਟੀਗ੍ਰੇਟਡ ਸਰਕਿਟਸ। ਪਹਿਲੀ ਜਨਰੇਸ਼ਨ ਦੇ ਵਿੱਚ ਹੈਗੇ ਸੀਗੇ ਵੈਕਿਊਮ ਟਿਊਬਸ, ਸੈਕਿੰਡ ਦੇ ਵਿੱਚ ਟਰਾਂਜ਼ਿਸਟਰਸ, ਥਰਡ ਦੇ ਵਿੱਚ ਇੰਟੀਗ੍ਰੇਟਡ ਸਰਕਿਟਸ ਐਂਡ ਫੋਰਥ ਦੇ ਵਿੱਚ ਆ ਗਏ ਸੀ ਲਾਰਜ ਸਕੇਲ ਇੰਟੀਗ੍ਰੇਟਡ ਸਰਕਿਟਸ। ਇਹਦੇ ਵਿੱਚ ਕੀ ਹੁੰਦਾ ਸੀ? 50,000 ਕੰਪੋਨੈਂਟਸ ਨੂੰ ਇੱਕ ਸਿੰਗਲ ਚਿਪ ਦੇ ਵਿੱਚ ਯਾਨੀ ਕਿ ਯੂਜ਼ ਕੀਤਾ ਜਾਂਦਾ ਸੀਗਾ। ਯਾਨੀ ਕਿ ਇਹ ਹੋਰ ਜ਼ਿਆਦਾ ਮਤਲਬ ਕਿ ਐਡਵਾਂਸ ਹੋ ਗਈ ਸੀ ਇਹ ਟੈਕਨੋਲੋਜੀ। ਇਹਦੀਆਂ ਐਗਜ਼ਾਮਪਲਸ ਆ ਜਾਂਦੀਆਂ ਨੇ IBM 370 ਐਂਡ HP 3000। ਠੀਕ ਹੈ ਜੀ, ਇਹਨਾਂ ਦੇ ਵਿੱਚ ਫੀਚਰਸ ਕੀ ਆ ਗਏ ਸੀਗੇ? ਇੱਕ ਤਾਂ ਇਹਨਾਂ ਦਾ ਸਾਈਜ਼ ਛੋਟਾ ਹੋ ਗਿਆ। ਠੀਕ ਹੈ ਜੀ, ਹੀਟ ਘੱਟ ਪ੍ਰੋਡਿਊਸ ਕਰਦੇ ਸੀਗੇ। ਇਹਦੇ ਵਿੱਚ ਏਅਰ ਕੰਡੀਸ਼ਨਿੰਗ ਦੀ ਲੋੜ ਨਹੀਂ ਪੈਂਦੀ ਸੀਗੀ। ਮੱਚ ਫਾਸਟਰ ਦੈਨ ਪ੍ਰੀਵੀਅਸ ਜਨਰੇਸ਼ਨਸ, ਯਾਨੀ ਕਿ ਇਹਨਾਂ ਦੀ ਕੈਲਕੂਲੇਸ਼ਨ ਦੀ ਸਪੀਡ ਹੋਰ ਜ਼ਿਆਦਾ ਫਾਸਟ ਹੋ ਗਈ ਸੀ। ਈਜ਼ੀਲੀ ਪੋਰਟੇਬਲ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਇਹਨਾਂ ਨੂੰ ਹੋਰ ਜ਼ਿਆਦਾ ਆਸਾਨ ਹੋ ਗਿਆ ਸੀਗਾ। ਉਸ ਤੋਂ ਬਾਅਦ ਆਉਂਦੇ ਨੇ ਚੀਪੈਸਟ ਅਮੰਗ ਆਲ ਜਨਰੇਸ਼ਨਸ, ਯਾਨੀ ਕਿ ਇਹਨਾਂ ਦੇ ਜਿਹੜੇ ਖਰਚਾ ਸੀਗਾ, ਯਾਨੀ ਕਿ ਕਿਸੇ ਨੇ ਵੀ ਜੇ ਬਾਏ ਕਰਨਾ ਹੋਵੇ ਤਾਂ ਉਹਨਾਂ ਦਾ ਖਰਚਾ ਬਹੁਤ ਜ਼ਿਆਦਾ ਘੱਟ ਗਿਆ ਸੀਗਾ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਆ ਜਾਂਦੀ ਆ ਫਿਫਥ ਜਨਰੇਸ਼ਨ, ਯਾਨੀ ਕਿ 1990 ਤੋਂ ਲੈ ਕੇ ਜਿਹੜਾ ਹੁਣ ਦੇ ਟਾਈਮ ਦੇ ਵਿੱਚ ਕੰਪਿਊਟਰ ਚੱਲ ਰਹੇ ਨੇ ਪ੍ਰੈਜ਼ੈਂਟ ਟਾਈਮ ਦੇ ਵਿੱਚ, ਉਹ ਆ ਜਾਂਦੇ ਨੇ ਫਿਫਥ ਜਨਰੇਸ਼ਨ ਕੰਪਿਊਟਰਸ ਦੇ ਵਿੱਚ। ਇਹਦੇ ਵਿੱਚ ਕਿਹੜੇ ਆਉਂਦੇ ਨੇ? ਇਹਦੇ ਵਿੱਚ ਟੈਕਨੋਲੋਜੀ ਹੋਰ ਜ਼ਿਆਦਾ ਐਡਵਾਂਸ ਹੋ ਗਈ। ਇਹਦੇ ਵਿੱਚ ਆ ਜਾਂਦੀ ਹੈ ਟੈਕਨੋਲੋਜੀ ਅਲਟਰਾ ਲਾਰਜ ਸਕੇਲ ਇੰਟੀਗ੍ਰੇਟਡ ਸਰਕਿਟਸ। ਠੀਕ ਹੈ ਜੀ, ਜਿਹਨੂੰ ਆਪਾਂ ULSI ਵੀ ਬੋਲਦੇ ਹਾਂ ਸ਼ਾਰਟ ਫਾਰਮ ਦੇ ਵਿੱਚ। ਇਹਦੇ ਵਿੱਚ ਕੀ ਆ ਗਿਆ ਸੀਗਾ? ਜਿਵੇਂ ਪਹਿਲਾਂ ਜਨਰੇਸ਼ਨ ਦੇ ਵਿੱਚ ਵੈਰੀ ਲਾਰਜ ਸਕੇਲ ਵਿੱਚ ਆ ਗਏ ਸੀ 50,000 ਕੰਪੋਨੈਂਟਸ ਨਾ ਇੱਕ ਸਿੰਗਲ ਚਿਪ ਦੇ ਵਿੱਚ ਯੂਜ਼ ਹੋਣ ਲੱਗ ਗਏ ਸੀ। ਇਹਦੇ ਵਿੱਚ ਆ ਗਏ ਸੀਗੇ 10 ਮਿਲੀਅਨ ਇਲੈਕਟ੍ਰੋਨਿਕ ਕੰਪੋਨੈਂਟਸ ਔਨ ਅ ਸਿੰਗਲ ਚਿਪ। ਠੀਕ ਹੈ ਜੀ, ਯਾਨੀ ਕਿ ਇੱਕ ਸਿੰਗਲ ਚਿਪ ਦੇ ਵਿੱਚ 10 ਮਿਲੀਅਨ ਜਿਹੜੇ ਇਲੈਕਟ੍ਰੋਨਿਕ ਕੰਪੋਨੈਂਟ ਸੀਗੇ ਉਹ ਯੂਜ਼ ਹੋਣ ਲੱਗ ਗਏ ਸੀਗੇ। ਓਕੇ, ਬਾਕੀ ਉਸ ਤੋਂ ਬਾਅਦ ਆਉਂਦੀਆਂ ਇਹਨਾਂ ਦੀ ਐਗਜ਼ਾਮਪਲਾਂ ਆਉਂਦੀਆਂ ਜਿਵੇਂ ਸੁਪਰ ਕੰਪਿਊਟਰ ਅਤੇ ਰੋਬੋਟ। ਓਕੇ, ਇਹਨਾਂ ਐਗਜ਼ਾਮਪਲਾਂ ਨੇ ਫਿਫਥ ਜਨਰੇਸ਼ਨ ਕੰਪਿਊਟਰਸ ਦੀਆਂ। ਇਹਨਾਂ ਦੇ ਫੀਚਰਸ ਕੀ ਨੇ? ਸਮੋਲੈਸਟ ਇਨ ਸਾਈਜ਼ ਦੇ ਵਿੱਚ ਬਹੁਤ ਛੋਟੇ ਹੋ ਗਏ ਸੀਗੇ ਇਹ ਜਿਹੜੇ ਅੱਜ ਦੇ ਟਾਈਮ ਦੇ ਕੰਪਿਊਟਰ ਨੇ। ਅਤੇ ਤੁਸੀਂ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਹੋਣਗੇ ਉਹ ਤੁਸੀਂ ਨੈੱਟ 'ਤੇ ਸਰਚ ਕਰਕੇ ਦੇਖ ਸਕਦੇ ਹੋ ਵੀ ਕਿੱਦਾਂ ਦੇ ਹੁੰਦੇ ਸੀਗੇ। ਅੱਜ ਦੇ ਟਾਈਮ 'ਤੇ ਤੁਸੀਂ ਦੇਖੇ ਹੋਏ ਨੇ। ਠੀਕ ਹੈ ਜੀ, ਕੰਪਿਊਟਰਸ ਜਿਹੜੀ ਫਸਟ ਜਨਰੇਸ਼ਨ ਦਾ ਕੰਪਿਊਟਰ ਤੁਸੀਂ ਨੈੱਟ 'ਤੇ ਸਰਚ ਕਰ ਲਿਓ, ਉਹ ਦੇਖਿਓ ਪੂਰੇ ਇੱਕ ਰੂਮ ਜਿੱਡਾ ਕੰਪਿਊਟਰ ਹੁੰਦਾ ਸੀਗਾ। ਫਿਰ ਉਸ ਤੋਂ ਬਾਅਦ ਆ ਜਾਂਦਾ ਮੋਰ ਯੂਜ਼ਰ ਫਰੈਂਡਲੀ। ਠੀਕ ਹੈ ਜੀ, ਇਹਨੂੰ ਮਤਲਬ ਕਿ ਹਰ ਇੱਕ ਯੂਜ਼ਰ ਨੂੰ ਆਸਾਨੀ ਨਾਲ ਸਮਝ ਆਉਂਦਾ ਸੀਗਾ। ਠੀਕ ਹੈ ਜੀ, ਕੋਈ ਵੀ ਆਪਣੇ ਜਿਹੜੇ ਕਿ ਮਤਲਬ ਹੁਣ ਜਿਵੇਂ ਤੁਸੀਂ ਦੇਖਦੇ ਹੋ ਕੰਪਿਊਟਰ ਚਲਾਉਂਦੇ ਹੋ ਤੁਹਾਨੂੰ ਸਮਝ ਆਉਂਦਾ ਹੈ ਨਾ। ਪਹਿਲਾਂ ਕੀ ਸੀਗਾ, ਹਰ ਇੱਕ ਯੂਜ਼ਰ ਉਹਨੂੰ ਨਹੀਂ ਸਮਝ ਸਕਦਾ ਸੀਗਾ ਜਿਹੜਾ ਕਿਸੇ ਨੇ ਵੀ ਜੇ ਕੰਪਿਊਟਰ ਚਲਾਉਣਾ ਹੁੰਦਾ ਸੀਗਾ। ਠੀਕ ਹੈ, ਉਸ ਤੋਂ ਬਾਅਦ ਆ ਜਾਂਦਾ ਮੱਚ ਫਾਸਟਰ ਦੈਨ ਪ੍ਰੀਵੀਅਸ ਜਨਰੇਸ਼ਨਸ। ਇਹ ਬਹੁਤ ਜ਼ਿਆਦਾ ਫਾਸਟ ਆ। ਠੀਕ ਹੈ ਜੀ, ਬਾਕੀ ਜਨਰੇਸ਼ਨਸ ਦੇ ਨਾਲੋਂ। ਪੋਰਟੇਬਲ ਆ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਆਸਾਨ ਹੁੰਦਾ। ਜਿਵੇਂ ਕਿ ਫੋਰ ਐਗਜ਼ਾਮਪਲ ਅੱਜ ਦੀ ਜਨਰੇਸ਼ਨ ਵਿੱਚ ਜਿਵੇਂ ਆਪਾਂ ਮੰਨ ਲੈਂਦੇ ਲੈਪਟੋਪ ਵਗੈਰਾ ਨਾ, ਉਹ ਕੀ ਨੇ ਆਪਾਂ ਇੱਕ ਜਗ੍ਹਾ ਦੂਜੀ ਜਗ੍ਹਾ 'ਤੇ ਆਸਾਨੀ ਨਾਲ ਲੈ ਕੇ ਜਾ ਸਕਦੇ ਹਾਂ ਨਾ।
ठीक है। चीपैसट यानी कि बहुत ज़्यादा हुण मतलब कि सस्ते हो गए सीगे पहलियां जनरेशनां नालों। मोर रिलायबल, इन्हां विच जिहड़ा रिजल्ट आउंदा है बहुत ज़्यादा एक्यूरेट हुंदा, यानी कि सही रिजल्ट हुंदा है, आपां इन्हां ते यकीन करदे हां। ठीक है जी, ये आ जांदा सारा अपणियां जनरेशनस ऑफ कंप्यूटर। ठीक है, क्लासीफिकेशन का पहला पार्ट है कंप्लीट है। अगे आ जांदा ऑन द बेसिस ऑफ टैक्नोलॉजी, यानी कि टैक्नोलॉजी के अकॉर्डिंग कंप्यूटर्स नूं अगे फरदर डिवाइड किया गया है एनालॉग, डिजिटल एंड हाईब्रिड। पहला आंदा एनालॉग कंप्यूटर्स, द कंप्यूटर्स विच एक्सैप्ट द डाटा इन द फॉर्म ऑफ वोल्टेज और करंट सिग्नल्स एंड कन्वर्ट दैम टू न्यूमैरिक वैल्यूज़ आर कॉल्ड एनालॉग कंप्यूटर्स। यानी कि वो कंप्यूटर्स ਜਿਹੜੇ सिग्नल्स ਨੂੰ वोल्टेज यानी कि ਜਾਂ करंट ਦੀ ਫਾਰਮ ਦੇ ਵਿੱਚ ਆਪਾਂ ਐਕਸੈਪਟ ਕਰਦੇ ਨੇ ਤੇ ਉਹਨੂੰ ਕਨਵਰਟ ਕਰਦੇ ਅੱਗੇ ਨੂਮੈਰਿਕ ਵੈਲਿਊਜ਼ ਦੇ ਵਿੱਚ, ਉਹ ਕੰਪਿਊਟਰਸ ਆ ਜਾਂਦੇ ਨੇ ਐਨਾਲੌਗ ਕੰਪਿਊਟਰਸ। ठीक है जी, और एग्जाम्पल जिमें आ सिग्नल्स होंगे जोड़े अपने जिमें, ठीक है, बिजली तारा वगैरह हो गई जिमें कुछ भी है ना, उस अपने सिग्नल्स किमें जाते हैं है ना, वोल्टेज की फॉर्म के जाते हैं ना, करंट की फॉर्म के वो चीज़ आ जाती है ये कंप्यूटर की टैक्नोलॉजी है। ठीक है, टैक्नोलॉजी के अकॉर्डिंग ने ये। फिर उस तो बाद आते हैं ये एग्जाम्पल्स जिमें दीज कंप्यूटर्स कैन मेजर फिजिकल क्वांटिटीज़ लाइक टैंपरेचर, प्रैशर, स्पीड एटैक्सट्रा। यानी कि वो वाले कंप्यूटर जो टैंपरेचर नूं मतलब कि कैलकुलेट करते हैं, प्रैशर नूं जां स्पीड नूं। ठीक है जी, वो आ जाते हैं एनालॉग कंप्यूटर्स दे विच। जिमें कि स्पीडोमीटर एक यंत्र हुंदा है, ठीक है जी, जिहड़ा की करदा स्पीड चैक करदा है, यानी कि मेजर करदा है कि व्हीकल की, किसी भी मतलब गड्डी वगैरह की। ठीक है, स्पीड नूं मेजर करने दे लई स्पीडोमीटर वरत्या जांदा। उवें अपने बॉडी के टैंपरेचर नूं जिहड़ा मेजर करदा है वो किहड़ा हुंदा, थर्मोमीटर। ठीक है जी, ये आ जाते हैं एनालॉग कंप्यूटर्स दे विच। फिर अगे आ जाते हैं डिजिटल कंप्यूटर्स। ठीक है जी, द कंप्यूटर्स विच एक्सैप्ट द डाटा इन द फॉर्म ऑफ बाइनरी डिजिट्स रिप्रजेंटिंग हाई यानी कि 1 और लो 0 सिग्नल्स आर कॉल्ड डिजिटल कंप्यूटर्स। यानी कि वो कंप्यूटर्स जोड़े कि अपने डाटा एक्सैप्ट करते हैं कि फॉर्म के बाइनरी डिजिट्स। बाइनरी डिजिट्स कि होंगे ने 0 तो 1 की फॉर्म के। ठीक है जी, 1 का मतलब होंगे हाई और 0 का मतलब होंगे लो। ठीक है जी, वो कंप्यूटर्स आ जाते हैं डिजिटल कंप्यूटर्स के, यानी कि 0 यानी कि लो, 1 मतलब हाई। ठीक है जी, ये डाटा जो आप एक्सैप्ट करते हैं क्योंकि कंप्यूटर में बाइनरी लैंग्वेज समझ आती है। ठीक है जी, तो वो आ जाते हैं डिजिटल कंप्यूटर्स। उस तो बाद आ जाते हैं हाईब्रिड कंप्यूटर्स। हाईब्रिड कंप्यूटर्स होंगे जोड़े ये होंगे ने एनालॉग तो डिजिटल दोनों कंप्यूटर्स का ये बहुत मतलब कि कॉम्बीनेशन होंगे ने। ठीक है जी, ये की करते हैं द कंप्यूटर्स विच एक्सैप्ट डाटा इन द फॉर्म ऑफ कॉम्बीनेशन ऑफ वोल्टेज और करंट और बाइनरी डिजिट्स आर नोन एज हाईब्रिड कंप्यूटर्स। दीज कंप्यूटर्स आर वेरी यूजफुल इन साइंटिफिक रिसर्च, फॉर एग्जाम्पल रोबोट। यानी कि जिथे मतलब कि साइंटिफिक रिसर्च के लिए ये कंप्यूटर्स ने जोड़े हाईब्रिड कंप्यूटर्स यूज़ किए जाते हैं। ठीक है जी, यानी कि एनालॉग तो डिजिटल कंप्यूटर्स का कॉम्बीनेशन होंदा है मेन ये आ। ठीक है, उस तो बाद डिफरेंस एनालॉग तो डिजिटल कंप्यूटर के डिफरेंस की होंदा है। पहले तो एनालॉग का की आंदा एक्सैप्ट डाटा इन कॉन्टीन्यूस फॉर्म। ठीक है जी, ये मतलब कि एक कॉन्टीन्यूस फॉर्म के जी आप कहते हैं भी इदा इदा ना फॉर्म के कॉन्टीन्यूस फॉर्म के एक्सैप्ट करता, तो ये डाटा एक्सैप्ट करता डिस्क्रीट फॉर्म के, यानी कि ये चीज़। ठीक है, तो उस तो बाद मेजर एंड आंसर हाउ मच, ये करता मेजर करता तो आंसर करता भी हाउ मच भी ये आप जानी कि दसते हैं भी किमें हाउ मच भी किन्ना डाटा अपना भी आया। ठीक है जी, भी आंसर दसदा वह मेजर एंड आंसर हाउ मैनी। ठीक है जी, यानी कि एक जिमें आप किलोग्राम वगैरह दसते हैं, ये दसदा काउंट करके दसदा। ठीक है जी, उस तो बाद रिप्रजेंट्स डाटा एज फिजिकल, ये करता रिप्रजेंट डाटा एज नंबरस। स्पीड इज़ एदी हाई, ये स्पीड होंगी आ लैस, ये घट एक्यूरेट होंगे है, यानी कि रिजल्ट मतलब चंगी तरह पर रिलायबल नहीं कह सकते है कि ये हाई एक्यूरेट होंगे है। स्पैसीफिक परपज़ के लिए यूज़ किया जाता, जिमें स्पैशल परपज़ के लिए। ठीक है जी, ये जनरल परपज़ के लिए यूज़ किया जाता। ठीक है जी, जिमें स्पैसीफिक परपज़ आ जाता जिमें अपने एडवांस जिमें मान लो साइंटिफिक परपज़ के लिए। ठीक है जी, जनरल परपज़ ये उत्थे यूज़ होंदा है जिमें कि अपने स्कूलों कॉलेजों में जो जनरल परपज़ हो गया। ओके, अगे आ जाते हैं कंप्यूटर ऑन द बेसिस ऑफ साइज़ एंड कैपेसिटी। ऑन द बेसिस ऑफ साइज़ एंड कैपेसिटी कंप्यूटर में 4 पार्ट्स में डिवाइड किया गया, माइक्रो, मिनी, मेन फ्रेम, सुपर कंप्यूटर। हुण पहला आंदा माइक्रो कंप्यूटर। माइक्रो कंप्यूटर्स आर द स्मॉलेस्ट कैटेगरी ऑफ डिजिटल कंप्यूटर्स इन विच अ माइक्रो प्रोसैसर परफॉर्म्स द फंक्शंस ऑफ ALU, यानी कि अर्थमैटिक लॉजिकल यूनिट एंड कंट्रोल यूनिट। ठीक है जी, ये की किया गया सीगा भी जो माइक्रो प्रोसैसर सीगा वो यूज़ करते हैं फंक्शंस कंट्रोल यूनिट तो ALU दे।
ठीक है जी। माइक्रो कंप्यूटर्स आर सिंगल यूजर सिस्टम, यानी कि सिंगल यूजर का मतलब हैगा कि एक टाइम ते सिर्फ एक यूजर ही इहनूं एक्सैस कर सकदा सीगा इन्हां कंप्यूटर्स नूं। ठीक है जी। तो उस तो बाद इहदियां एग्जाम्पल्स आ जांदियां ने होम कंप्यूटर्स एंड परसनल कंप्यूटर्स, जानी कि जिहड़े आपां घरां विच यूज़ करदे आं वो की हुंदे ने, जानी कि जिहड़े आपां हुण आम देखदे आं कंप्यूटर वो आ जांदे ने माइक्रो कंप्यूटर्स दे फॉर्म दे विच। ठीक है। तो इहदे विच की आंदा भी सिर्फ एक सिंगल यूजर एक टाइम ते इन्हां नूं यूज़ कर सकदा। एक तो ईजी टू यूज़, ठीक है, यूज़ करने बहुत ईजी होंगे ने, तुसीं हुण देखी होणगे चला के। ठीक है ना। दे आर इनएक्सपेंसिव, मतलब कि बहुत इन्हां कॉस्ट जी घट होंदी है, तो इन्हां नूं बाय करना हर एक मतलब कि यूज़र के लिए ईजी हुंदा है, कोई भी यूज़र आसानी नाल इहनूं बाय कर सकता है। ठीक है। उस तो बाद आंदे ने मिनी कंप्यूटर्स। मिनी कंप्यूटर्स आलसो यूजज माइक्रो प्रोसैसर। माइक्रो प्रोसैसर इन्हां विच यूज़ होंदे सीगे। ठीक है जी। कि 16 तो लैके 32 बिट तक दे। ठीक है जी। एज इट्स CPU एंड इट सपोर्ट्स मल्टी यूजर इन्वायरमेंट, यानी कि इनू एक टाइम ये मल्टी यूजर इन्वायरमेंट का मतलब हैगा भी एक टाइम ते मल्टीपल यूजर सीगे जिहड़े वो इनू मतलब कि यूज़ कर सकते सीगे। दीज कंप्यूटर्स आर एक्सपेंसिव एज कंपेयर टू माइक्रो कंप्यूटर्स। ये कंप्यूटर सी जिहड़े ज़्यादा थोड़े जिहे महंगे होंदे सीगे माइक्रो कंप्यूटर्स नालों। ठीक है जी। द मेन मैमरी दैट इज़ रैम, यानी कि रैंडम एक्सैस मैमरी, इन्हां दी जिहड़ी हुंदी सी मतलब मेन मैमरी हुंदी है जिहड़ी कंप्यूटर दी, वो किन्ने दी आ गई सीगी 1 MB तो लैके 16 MB तक दी इन्हां दे विच मेन मैमरी सी जिहड़ी यूज़ हुंदी सी रैम। ठीक है। तो इन्हां विच ऑपरेटिंग सिस्टम किहड़ा यूज़ किया जांदा सीगा यूनिक्स दा। ऑपरेटिंग सिस्टम जिवें आपां हुण तुसीं यूज़ करदे हो विंडो है ना, विंडो 7 विंडो 10 है ना, विंडो 8 ये सारे आ जांदे ने मतलब कि ऑपरेटिंग सिस्टम होंदे ने। उवें सेम ऑपरेटिंग सिस्टम हैगा यूनिक्स। ठीक है जी। उस टाइम यानी कि मिनी कंप्यूटर्स दे विच किहड़ा कीता जांदा है ऑपरेटिंग सिस्टम यूज़ यूनिक्स दा। तो उस तो बाद दीज कंप्यूटर्स कैन बी यूजड फॉर रिजर्वेशन सिस्टम। ओके। इन्हां कंप्यूटर्स दे विच की हुंदा सीगा, जानी कि कित्थे कित्थे यूज़ कीते जांदे ने, कोई भी सीट बुक करनी होवे जां बैंकिंग विच है ना, जां फिर इंडस्ट्रीज़ वगैरह विच ये कंप्यूटर जिहड़े यूज़ कीते जांदे ने। ठीक है जी। अगे आ जांदे ने मेन फ्रेम कंप्यूटर्स। मेन फ्रेम कंप्यूटर्स दे विच आ जांदे ने इन्हां दी मतलब कि थोड़ी टैक्नोलॉजी जिवें एडवांस हो जांदी है ना, वो चीज़ आंदी आ। दीज कंप्यूटर्स आर वेरी पावरफुल एंड हैव द वर्ड लेंथ ऑफ 32 बिट। इन्हां विच किन्नी लेंथ दे मतलब कि अपने स्टार्ट बिट यूज़ होण लग गईयां सीगियां 32 48 एंड 64 बिट। इन्हां दी रैम दी जिहड़ी मतलब कि कैपेसिटी सी होर ज़्यादा वध गई सीगी। ठीक है जी। दे सपोर्ट मोर दैन 100 यूजरस इन टाइम शेयरिंग मोड, यानी कि एक टाइम ते 100 तो ज़्यादा जिहड़े यूजर सीगे वो इनू यूज़ कर सकते सिस्टम्स नूं। ठीक है जी। इन्हां कंप्यूटर्स नूं दे सपोर्ट मोर दैन 100 यूजर्स इन टाइम शेयरिंग मोड। दे कैन प्रोसैस अ वैरी लार्ज अमाउंट ऑफ डाटा इन अ वैरी स्मॉल टाइम। ये बहुत घੱਟ टाइम ਦੇ ਵਿੱਚ बहुत ज़्यादा डाटे ਨੂੰ मतलब कि प्रोसैस कर सकते हैं। ठीक है जी। दीज कंप्यूटर्स कैन बी यूजड इन लार्ज ऑर्गेनाइजेशनस, कित्थे कित्थे यूज़ होंगे ने, जानी कि जिमें रेलवे एंड एयरलाइन रिजर्वेशन जिमें आपां टिकटां वगैरह बुक करनियां ने ना, बैंकिंग हो गई है ना, उत्थे मतलब कि जिथे बहुत ज़्यादा वड्डियां ऑर्गेनाइजेशनस ने उत्थे ये कंप्यूटर यूज़ किए जाते हैं मेन फ्रेम कंप्यूटर्स। उस तो बाद आ जाते हैं सुपर कंप्यूटर्स। सुपर कंप्यूटर्स आर कैपेबल ऑफ एग्जीक्यूटिंग मल्टी मिलियंस ऑफ इंस्ट्रक्शनस पर सैकेंड, यानी कि बहुत ज़्यादा मिलियंस के जिहड़ियां इंस्ट्रक्शनस होंदियां ना उन्होंने कुछ सकेंटां में परफॉर्म करने के लिए सुपर कंप्यूटर यूज़ किए जाते हैं। ये इनू हरेक यूज़र नहीं बाय कर सकता, बहुत ज़्यादा मतलब कि महंगे होंगे ने। ठीक है जी। ये यूज़ भी मतलब कि थोड़ी वड्डियां चीज़ां लई हुंदे ने, कंपलैक्स चीज़ां दे लई। ठीक है जी। तो ये बहुत ज़्यादा पावरफुल होंगे ने। तो उस तो बाद ये एग्जाम्पल भी कित्थे कित्थे यूज़ होंगे जिवें वैदर फॉरकास्टिंग। ठीक है जी। जिवें अपने मतलब कि वैदर की आपां इनफॉर्मेशन लैनी आ, ठीक है भी अज मौसम किद्दां दा है ना, वो सारा उत्थे किहड़े कंप्यूटर यूज़ होंगे ने सुपर कंप्यूटर्स। भी कदों अपने मींह आने वाला है ना आपां तां ही पता लगता है नैट तो, क्योंकि वो यही चीज़ देखते हैं। ओके जी। तो पैट्रोलीਅम एक्सप्लोरेशन, जानी कि जिथे अपने धरती विच कित्थे कित्थे अपने पैट्रोल है ना, वो चीज़ों को किवें आपां एक्सप्लोर करते हैं, आपां किवें पता लगूगा भी है ना कित्थे पैट्रोल आ, वो आपां किहड़े कंप्यूटर के थ्रू करते हैं, सुपर कंप्यूटर के थ्रू। फिर मैडिसन, जिवें कोई नवीं मैडिसन तैयार करनी है ये उत्थे भी यूज़ किया जाता है। रियल टाइम एनीमेशन, यानी कि जे कोई एट अ टाइम ते डिसीजन लैना होवे उत्थे ये सुपर कंप्यूटर यूज़ किए जाते हैं। ठीक है जी। मतलब कि ये जिहड़े हुंदे ने ये कंपलैक्स चीज़ों लई सुपर कंप्यूटर यूज़ किए जाते हैं। ये आ जाते हैं मतलब कि कंप्यूटर्स दी किस्मां सारियां। ठीक है जी। हुण अगे आ जांदा बेसिस ऑफ परपज़, यानी कि ऑन द बेसिस ऑफ परपज़ कंप्यूटर नूं 2 पार्ट्स में डिवाइड किया गया, स्पैशल परपज़ ते जनरल परपज़। ठीक है जी। स्पैशल परपज़ कंप्यूटर्स किहड़े हुंदे ने, स्पैशल परपज़ कंप्यूटर्स आर दोज कंप्यूटर्स विच आर डिजाइनड टू परफॉर्म सम स्पैसीफिक टास्क और जॉब। ठीक है जी। कोई स्पैशल टास्क दे लई जिहड़े मतलब कि कोई काम करन दे लई स्पैशल परपज़ कंप्यूटर ने जिहड़े यूज़ किए जांदे ने।
ਫੋਰ ਐਗਜ਼ਾਮਪਲ ਵੈਦਰ ਫੋਰਕਾਸਟਿੰਗ, ਸੈਟੇਲਾਈਟ ਲਾਂਚਿੰਗ ਐਂਡ ਮੈਡੀਕਲ ਡਾਇਗਨੋਸਟਿਕਸ ਆਰ ਸਪੈਸ਼ਲ ਪਰਪਸ ਕੰਪਿਊਟਰਸ। ਜਾਣੀ ਕਿ ਜਿੱਥੇ ਵੀ ਕੋਈ ਆਪਾਂ ਸੈਟੇਲਾਈਟ ਲਾਂਚ ਕਰਨੀ, ਜਾਣੀ ਕਿ ਸਾਇੰਟੀਫਿਕ ਪਰਪਸ ਹੋ ਗਿਆ, ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਦੇ ਲਈ ਕਿੱਥੇ ਸਪੈਸ਼ਲ ਪਰਪਸ ਕੰਪਿਊਟਰ ਯੂਜ਼ ਕੀਤੇ ਜਾਂਦੇ ਨੇ। ਫਿਰ ਉਸ ਤੋਂ ਬਾਅਦ ਆਉਂਦੇ ਜਨਰਲ ਪਰਪਸ ਕੰਪਿਊਟਰ। ਜਨਰਲ ਪਰਪਸ ਕੰਪਿਊਟਰ ਜਿਹੜੇ ਆਪਾਂ ਆਮ ਡੇਲੀ ਯੂਜ਼ ਕਰਦੇ ਹਾਂ, ਜਿਵੇਂ ਕਿ ਸਕੂਲਾਂ ਵਿੱਚ, ਘਰਾਂ ਵਿੱਚ, ਜਾਂ ਨਾ ਕਾਲਜਾਂ ਵਿੱਚ, ਜਾਂ ਔਰਗਨਾਈਜੇਸ਼ਨਾਂ ਵਿੱਚ, ਜਿਵੇਂ ਆਪਣੀਆਂ ਹੈ ਨਾ ਕੰਮ ਕਰਦੇ ਹਾਂ, ਉੱਥੇ ਜਿਹੜੇ ਕੰਪਿਊਟਰ ਯੂਜ਼ ਕੀਤੇ ਜਾਂਦੇ ਨੇ ਉਹ ਹੁੰਦੇ ਨੇ ਜਨਰਲ ਪਰਪਸ ਕੰਪਿਊਟਰਸ ਦੇ ਵਿੱਚ, ਠੀਕ ਹੈ ਜੀ। ਜਨਰਲ ਪਰਪਸ ਕੰਪਿਊਟਰਸ ਆਰ ਦੋਜ਼ ਕੰਪਿਊਟਰਸ ਵਿਚ ਆਰ ਡਿਜ਼ਾਈਨਡ not to perform only specific task. Instead they are designed to handle a variety of applications. For example, computers used in school, colleges and offices are general purpose computers। ठीक है जी। ये आ जांदियां कंप्यूटर्स ਦੀਆਂ ਕਿਸਮਾਂ। ਜੇਕਰ ਤੁਹਾਨੂੰ ਕੋਈ ਵੀ ਮਤਲਬ ਕਿ ਪ੍ਰੋਬਲਮ ਆਉਂਦੀ ਹੈ, ਕਿਸੇ ਵੀ ਉਹਦੇ ਵਿੱਚ ਕੁਛ ਨਾ ਸਮਝ ਲੱਗਿਆ ਤਾਂ ਤੁਸੀਂ ਮੈਨੂੰ ਪੁੱਛ ਲਿਓ। ਓਕੇ ਰਾਜੇ, ਥੈਂਕ ਯੂ ਜੀ।